प्यारे किसान वीरो प्रोग्राम मेरा पिंड मेरे खेत ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਹੈ ਖੇਤੀ ਉਦਮਤਾ ਰਾਹੀਂ ਔਰਤਾਂ ਦਾ ਸਸ਼ਕਤੀਕਰਨ। ਇਸ ਵਿਸ਼ੇ ਤੇ ਆਪਾਂ ਜਾਣਕਾਰੀ ਹਾਸਲ ਕਰਨੀ ਆ। ਜਾਣਕਾਰੀ ਦੇਣ ਲਈ ਮੇਰੇ ਨਾਲ ਬੈਠੇ ਨੇ ਡਾਕਟਰ ਮਨਜੋਤ ਕੌਰ ਜੀ, ਜਿਹੜੇ ਸਾਇੰਟਿਸਟ ਨੇ ਪਸਾਰ ਸਿੱਖਿਆ ਤੇ ਸੰਚਾਰ ਪ੍ਰਬੰਧਨ ਵਿਭਾਗ ਆ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ। ਡਾਕਟਰ ਮਨਜੋਤ ਕੌਰ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਧੰਨਵਾਦ ਜੀ। ਸਭ ਤੋਂ ਪਹਿਲਾਂ ਦੇਖੋ, ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਆਪਾਂ ਖੇਤੀ ਉਦਮਤਾ ਦੇ ਰਾਹੀਂ। ਹਾਂਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਥੋੜ੍ਹਾ ਜਿਹਾ ਤੁਹਾਡੇ ਵਿਭਾਗ ਦੇ ਬਾਰੇ 'ਚ ਦੱਸ ਦਿਓ ਕਿ ਔਰਤਾਂ ਦੇ ਸਸ਼ਕਤੀਕਰਨ ਦੇ ਲਈ ਕਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ, ਕੀ ਤੁਹਾਡਾ ਵਿਭਾਗ ਕਰ ਰਿਹਾ। ਜਿਹੜਾ ਸਾਡਾ ਪਸਾਰ ਸਿੱਖਿਆ ਤੇ ਸੰਚਾਰ ਪ੍ਰਬੰਧਨ ਵਿਭਾਗ ਆ, ਇਸ ਦਾ ਮੁੱਖ ਜਿਹੜਾ ਕੰਮ ਹੈ ਉਹ ਹੈ ਔਰਤਾਂ ਦਾ ਸਸ਼ਕਤੀਕਰਨ ਕਰਨਾ, ਉਹਨਾਂ ਨੂੰ ਆਤਮ ਨਿਰਭਰ ਬਣਾਉਣਾ, ਉਹਨਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਦੇਣਾ ਤੇ ਉਹਨਾਂ ਨੂੰ ਐਸ ਕਾਬਿਲ ਬਣਾਉਣਾ ਕਿ ਉਹ ਆਪਣਾ ਕੰਮ ਕੋਈ ਸ਼ੁਰੂ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਇਨਕਮ ਜਿਹੜੀ ਹੈਗੀ ਆ, ਜਿਹੜੀ ਉਹਨਾਂ ਦੀ ਆਮਦਨ ਹੈਗੀ ਆ, ਉਹਨੂੰ ਵਧਾਉਣ। ਡਾਕਟਰ ਮਨਜੋਤ ਕੌਰ ਹੋਣਾ ਨੇ ਆਪਾਂ ਨੂੰ ਦੱਸਿਆ ਕਿ ਕੋਈ ਨਾ ਕੋਈ ਕਿੱਤਾ ਧੰਦਾ ਕਰਕੇ ਆਪਾਂ ਆਪਣੀ ਆਮਦਨ ਨੂੰ ਵਧਾਈਏ ਤਾਂ ਕਿ ਉਸੇ ਨੂੰ ਹੀ ਅਸੀਂ ਸਸ਼ਕਤੀਕਰਨ ਕਹਿ ਦਿੰਦੇ ਹਾਂ। ਮੈਨੂੰ ਲੱਗਦਾ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਸਸ਼ਕਤੀਕਰਨ ਤੋਂ ਕੀ ਭਾਵ ਹੈ, ਤੁਹਾਡਾ ਕੀ ਭਾਵ ਹੈ? ਜੇ ਅਸੀਂ ਆਮ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਸਸ਼ਕਤੀਕਰਨ ਇੱਕ ਸਮਾਜ ਦੇ ਵਿੱਚ ਔਰਤ ਦੇ ਰੁਤਬੇ ਨੂੰ ਉੱਚਾ ਚੁੱਕਣ ਨੂੰ ਹੀ ਸਸ਼ਕਤੀਕਰਨ ਕਿਹਾ ਜਾਂਦਾ ਹੈ ਜੀ। ਤੇ ਜੇ ਅਸੀਂ ਇਹਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਜਦੋਂ ਇੱਕ ਔਰਤ ਆਪਣੇ ਪਰਿਵਾਰਕ ਅਤੇ ਜਿਹੜੇ ਸਮਾਜਿਕ ਫੈਸਲੇ ਨੇ ਉਹ ਖੁਦ ਲੈਣ ਦੇ ਸਮਰੱਥ ਹੋ ਜਾਂਦੀ ਆ ਤਾਂ ਕਹਿੰਦੇ ਆ ਕਿ ਜਿਹੜੀ ਨਾਰੀ ਹੈ ਉਹ ਸਸ਼ਕਤੀਕਰਨ ਉਹਦਾ ਹੋ ਗਿਆ। ਇੱਥੇ ਮੈਂ ਇਸ ਗੱਲ ਦੇ ਬਾਰੇ ਵੀ ਜ਼ਿਕਰ ਕਰਨਾ ਚਾਹਾਂਗੀ ਕਿ ਸਸ਼ਕਤੀਕਰਨ ਕਿਸੇ ਇੱਕ ਚੀਜ਼ ਨਾਲ ਨਹੀਂ ਆਉਂਦਾ ਜੀ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਇੱਕ ਔਰਤ ਪੜ੍ਹ ਲਿਖ ਗਈ ਆ ਤੇ ਉਹ ਸਸ਼ਕਤੀਕਰਨ ਉਹਦਾ ਹੋ ਗਿਆ, ਜਾਂ ਜੇ ਔਰਤ ਕਮਾਉਣ ਲੱਗ ਗਈ ਹੈ ਤਾਂ ਉਹਦਾ ਜਿਹੜਾ ਸਸ਼ਕਤੀਕਰਨ ਆ ਉਹ ਹੋ ਗਿਆ। ਇਹ ਕਈ ਚੀਜ਼ਾਂ ਦਾ ਸੁਮੇਲ ਹੈ। ਤੇ ਜਦੋਂ ਇੱਕ ਔਰਤ ਦੀ ਜਿਹੜੀ ਸਮਰੱਥਾ ਹੈ ਅਸੀਂ ਉਹਨੂੰ ਇੰਨੀ ਸ਼ਕਤੀ ਪ੍ਰਦਾਨ ਕਰਦੇ ਹਾਂ, ਉਹਨੂੰ ਇਸ ਕਾਬਿਲ ਬਣਾਉਂਦੇ ਹਾਂ ਕਿ ਉਹ ਚਾਹੇ ਉਹਦੀ ਜ਼ਿੰਦਗੀ ਦੇ ਫੈਸਲੇ ਉਹਦੀ ਪੜ੍ਹਾਈ ਸੰਬੰਧਿਤ ਹੋਣ, ਚਾਹੇ ਉਹਦੇ ਵਿਆਹ ਸੰਬੰਧਿਤ ਹੋਣ, ਚਾਹੇ ਉਹਦੇ ਬਾਹਰ ਜਾ ਕੇ ਕੰਮ ਕਰਨ ਸੰਬੰਧਿਤ ਹੋਣ, ਜਾਂ ਫਿਰ ਉਹਨੇ ਆਪਣੀ ਜ਼ਿੰਦਗੀ ਵਿੱਚ ਕੀ ਬਣਨਾ ਹੈ ਇਹ ਸੰਬੰਧਿਤ ਹੋਣ, ਜਾਂ ਹੋਰ ਕੋਈ ਵੀ ਅਹਿਮ ਫੈਸਲੇ। ਜਦ ਇੱਕ ਔਰਤ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਆਪ, ਨਿਰਣਾਇਕ ਫੈਸਲੇ ਆਪ ਲੈਣ ਵਿੱਚ ਜਿਹੜੀ ਸક્ષਮ ਹੋ ਜਾਂਦੀ ਹੈ ਤੇ ਅਸੀਂ ਕਹਿੰਦੇ ਹਾਂ ਕਿ ਨਾਰੀ ਸਸ਼ਕਤੀਕਰਨ ਹੋ ਗਿਆ। ਕਿਹੜੇ ਕਿੱਤੇ ਧੰਦੇ ਜਾਂ ਕਿਹੜੀ ਖੇਤੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਔਰਤ ਆਪਣਾ ਬਣਦਾ ਯੋਗਦਾਨ ਪਾ ਸਕਦੀ ਹੈ? ਜਿਹੜਾ ਸਾਡਾ ਭਾਰਤ ਹੈ, ਸਾਡਾ ਦੇਸ਼ ਹੈ, ਇਹਦੀ 70% ਜਿਹੜੀ ਆਬਾਦੀ ਆ ਉਹ ਖੇਤੀਬਾੜੀ ਜਾਂ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਧੰਦੇ ਆ ਉਹਨਾਂ ਦੇ ਉੱਤੇ ਨਿਰਭਰ ਕਰਦੀ ਆ। ਖਾਸ ਤੌਰ ਤੇ ਜਿਹੜੇ ਸਾਡੇ ਪੇਂਡੂ ਲੋਕ ਨੇ ਉੱਥੇ ਜਿਹੜਾ ਮੁੱਖ ਕਿੱਤਾ ਜ਼ਿਆਦਾਤਰ ਪੰਜਾਬ ਦੇ ਵਿੱਚ ਲੋਕਾਂ ਦਾ ਉਹ ਖੇਤੀਬਾੜੀ ਹੀ ਹੈ। ਬਿਲਕੁਲ ਜੀ, ਬਿਲਕੁਲ। ਹਾਂ, ਤੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਡੀ ਕੁੱਲ ਆਬਾਦੀ ਦਾ ਜਿਹੜਾ 48% ਜਾਂ ਤੁਸੀਂ ਕਹਿ ਲਓ ਜਿਹੜਾ ਅੱਧਾ ਹਿੱਸਾ ਉਹ ਔਰਤਾਂ ਨੇ। ਤੇ ਮੁੱਢਕਾਲੀਨ ਤੋਂ ਹੀ ਜੇ ਗੱਲ ਕਰੋ, ਅਸੀਂ ਆਪਣੇ ਦਾਦੀਆਂ ਪੜਦਾਦੀਆਂ ਦੇ ਬਾਰੇ ਵੀ ਜੇ ਤੁਸੀਂ ਆਪਣੇ ਪੇਰੈਂਟਸ ਤੋਂ, ਆਪਣੇ ਮਾਪਿਆਂ ਤੋਂ ਸੁਣਿਆ ਹੋਊਗਾ ਜਾਂ ਦੇਖਿਆ ਹੋਊ ਤਾਂ ਉਹਨਾਂ ਦੀ ਸ਼ਮੂਲੀਅਤ ਘਰ ਦੇ ਕੰਮਾਂ ਦੇ ਨਾਲ ਨਾਲ ਖੇਤੀਬਾੜੀ 'ਚ ਵੀ ਰਹੀ ਹੈ। ਪਰ ਇਹ ਇੱਕ ਬੜੀ ਦੁੱਖ ਦੀ ਗੱਲ ਹੈ ਕਿ ਔਰਤ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਬਣਦਾ, ਉਹਨਾਂ ਦੇ ਯੋਗਦਾਨ ਨੂੰ ਜਿਹੜੀ ਬਣਦੀ ਮਾਨਤਾ ਉਹ ਪ੍ਰਾਪਤ ਨਹੀਂ ਹੋਈ, ਅੱਜ ਤੱਕ ਨਹੀਂ ਹੋਈ। ਤੇ ਇਹਦਾ ਜਿਹੜਾ ਇੱਕ ਵੱਡਾ ਕਾਰਨ ਆ ਉਹ ਇਹ ਹੈ ਕਿ ਉਹਨਾਂ ਨੂੰ ਇਹਨਾਂ ਕੰਮਾਂ ਬਦਲੇ ਕੋਈ ਤਨਖਾਹ ਨਹੀਂ ਮਿਲਦੀ। ਜੇ ਹੁਣ ਅਸੀਂ ਗੱਲ ਕਰੀਏ ਕਿ ਜਿਹੜੇ ਘਰ ਦੇ ਕੰਮ ਨੇ, ਘਰ ਦੇ ਕੰਮ ਭਾਵ ਘਰੇਲੂ ਕੋਈ ਵੀ ਕੰਮ ਹੈ, ਜਾਂ ਤੁਸੀਂ ਕਹਿ ਲਓ ਬੱਚਿਆਂ ਦੀ ਸਾਂਭ ਸੰਭਾਲ ਆ, ਬਜ਼ੁਰਗਾਂ ਦੀ ਸਾਂਭ ਸੰਭਾਲ ਹੈ, ਜਾਂ ਖੇਤੀ ਦੇ ਵਿੱਚ ਤੁਸੀਂ ਕੋਈ ਜਿਵੇਂ ਵਾਢੀ ਕਰਦੀਆਂ ਨੇ, ਗੋਡੀ ਕਰਦੀਆਂ ਨੇ ਜਿਹੜੀਆਂ ਔਰਤਾਂ, ਉਹਨਾਂ ਦੀ ਕੋਈ ਮਾਨਤਾ ਪ੍ਰਾਪਤ ਨਹੀਂ ਹੈ। ਉਹ ਇਸ ਕਰਕੇ ਨਹੀਂ ਹੈ, ਉਹੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਉਹਨਾਂ ਨੂੰ ਸਿੱਧੇ ਤੌਰ ਤੇ ਉਹਦੇ ਪੈਸੇ ਨਹੀਂ ਮਿਲਦੇ। ਤੇ ਇਸੇ ਤਰ੍ਹਾਂ ਇੱਕ ਸਾਡੀ ਮਾਨਵ ਵਿਕਾਸ ਰਿਪੋਰਟ 2015 ਵਿੱਚ ਆਈ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਵਿਸ਼ਵ ਭਰ ਦੇ ਵਿੱਚ ਜਿਹੜੇ ਬਿਨਾਂ ਤਨਖਾਹ ਵਾਲੇ ਕੰਮ ਨੇ, ਜਿਵੇਂ ਕਿ ਆ ਬੱਚਿਆਂ ਦਾ ਸਾਂਭ ਸੰਭਾਲ ਕਰਨਾ, ਘਰ ਦੇ ਕੰਮ ਕਰਨਾ, ਰੋਟੀ ਬਣਾਉਣਾ, ਘਰ ਦੀ ਸਾਫ਼ ਸਫਾਈ ਕਰਨਾ, ਬਜ਼ੁਰਗਾਂ ਨੂੰ ਦੇਖਣਾ, ਤੇ ਜਿਨ੍ਹਾਂ ਨੇ ਘਰੇ ਦੁਧਾਰੂ ਪਸ਼ੂ ਰੱਖੇ ਹੋਏ ਨੇ ਉਹਨਾਂ ਦੀ ਦੇਖ ਰੇਖ ਕਰਨਾ, ਇਹੋ ਜਿਹੇ ਸਾਰੇ ਕੰਮ ਔਰਤਾਂ ਹੀ ਕਰਦੀਆਂ ਹਨ। ਤੇ ਇੱਥੇ ਮੈਂ ਇੱਕ ਆਪਣੀ ਤੁਹਾਨੂੰ ਐਗਜ਼ਾਮਪਲ ਵੀ ਦੇਣਾ ਚਾਹਾਂਗੀ। ਅਸੀਂ
ਕਿਉਂਕਿ ਮੈਂ ਜਿਵੇਂ ਤੁਹਾਨੂੰ ਪਤਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਜੁੜੇ ਹੋਏ ਆ ਤੇ ਅਸੀਂ ਅਕਸਰ ਹੀ ਜਿਹੜੇ ਸਾਡੇ ਕਿਸਾਨ ਵੀਰ ਤੇ ਕਿਸਾਨ ਬੀਬੀਆਂ ਹਨ ਉਹਨਾਂ ਨਾਲ ਸਾਡਾ ਵਾਰਤਾਲਾਪ ਕਿਸੇ ਨਾ ਕਿਸੇ ਗੱਲ ਤੇ ਵਿਚਾਰ ਵਟਾਂਦਰਾ ਜਿਹੜਾ ਉਹ ਚੱਲਦਾ ਰਹਿੰਦਾ ਹੈ ਜੀ। ਤੇ ਮੈਂ ਇੱਕ ਚੀਜ਼ ਬੜੀ ਮਹਿਸੂਸ ਕੀਤੀ ਕਿ ਜਦੋਂ ਅਸੀਂ ਕਿਸੇ ਵੀ ਵਿਸ਼ੇ ਤੇ ਆਪਣਾ ਕੰਮ ਕਰਨ ਲਈ ਪਿੰਡਾਂ 'ਚ ਜਾਂਦੇ ਆ ਤੇ ਉੱਥੇ ਜਾ ਕੇ ਸਾਡੇ ਕਿਸਾਨ ਵੀਰਾਂ ਨੂੰ ਮਿਲਦੇ ਆ ਤੇ ਉਹਨਾਂ ਨੂੰ ਅਸੀਂ ਪੁੱਛਦੇ ਆ ਜੀ ਤੁਸੀਂ ਤੁਹਾਡਾ ਮੁੱਖ ਧੰਦਾ ਕੀ ਆ ਤਾਂ ਉਹ ਕਹਿੰਦੇ ਨੇ ਜੀ ਅਸੀਂ ਖੇਤੀਬਾੜੀ ਕਰਦੇ ਆ ਜਾਂ ਜੋ ਵੀ ਉਹਨਾਂ ਦਾ ਹੁੰਦਾ, ਕਿਸੇ ਨੇ ਡੇਅਰੀ ਪਾਈ ਹੋਈ ਆ, ਕੋਈ ਨੌਕਰੀ ਕਰਦਾ, ਉਹ ਸਾਰਾ ਆਪਣਾ ਦੱਸਦੇ ਆ ਜੀ ਜੀ। ਤੇ ਜਦੋਂ ਉਹਨਾਂ ਨੂੰ ਪੁੱਛਦੇ ਆ ਜੀ ਤੁਹਾਡੇ ਘਰੋਂ ਜਿਹੜੀ ਤੁਹਾਡੀ ਲੇਡੀ ਹੈ, ਤੁਹਾਡੀ ਵਾਈਫ ਹੈ, ਤੁਹਾਡੀ ਘਰ ਵਾਲੀ ਆ, ਉਹ ਕੀ ਕਰਦੀ ਆ ਤੇ ਸਾਨੂੰ ਅਕਸਰ ਹੀ ਜਿਹੜਾ ਜਵਾਬ ਸੁਣਨ ਨੂੰ ਮਿਲਦਾ ਉਹ ਜੀ ਕੁਝ ਨਹੀਂ ਕਰਦੀ, ਉਹ ਤਾਂ ਘਰੇ ਹੀ ਹੁੰਦੀ ਆ, ਵਿਹਲੀ ਆ। ਤਾਂ ਇਹ ਜਿਹੜਾ ਜਵਾਬ ਜਦੋਂ ਸਾਨੂੰ ਮਤਲਬ ਫ੍ਰੀਕੁਐਂਟਲੀ ਇਹ ਜਵਾਬ ਅਸੀਂ ਸੁਣਿਆ ਕਿ ਬਹੁਤੇ ਜਿਹੜੇ ਸਾਡੇ ਜਿਨ੍ਹਾਂ ਨਾਲ ਅਸੀਂ ਵਾਰਤਾਲਾਪ ਕੀਤੀ ਜਾ ਕੇ ਕਿਸੇ ਗੱਲ ਤੇ ਉਹਨਾਂ ਨੇ ਸਾਨੂੰ ਇਹੀ ਜਵਾਬ ਦਿੱਤਾ ਵੀ ਜੇ ਉਹਨਾਂ ਦੀ ਵਾਈਫ ਹਾਊਸ ਵਾਈਫ ਆ ਮਤਲਬ ਕੀ ਹੈ ਕਿ ਉਹ ਘਰੇ ਆ ਤੇ ਉਹ ਵਿਹਲੀ ਆ, ਉਹ ਕੁਝ ਨਹੀਂ ਕਰਦੀ। ਫਿਰ ਸਾਡੇ ਦਿਮਾਗ 'ਚ ਇੱਕ ਮਤਲਬ ਫੁਰਨਾ ਫੁਰਿਆ ਵੀ ਇਸ ਚੀਜ਼ ਤੇ ਪਤਾ ਕੀਤਾ ਜਾਵੇ ਕਿ ਕੀ ਜਿਹੜੀਆਂ ਔਰਤਾਂ ਘਰੋਂ ਬਾਹਰ ਜਾ ਕੇ ਨੌਕਰੀ ਨਹੀਂ ਕਰਦੀਆਂ ਕੀ ਉਹ ਵਾਕਈ ਵਿਹਲੀਆਂ ਹੁੰਦੀਆਂ ਨੇ, ਕਿ ਉਹਨਾਂ ਨੂੰ ਘਰੇ ਕੋਈ ਕੰਮ ਨਹੀਂ ਹੁੰਦਾ, ਕਿ ਉਹ ਸਾਰਾ ਦਿਨ ਆਰਾਮ ਹੀ ਫਰਮਾਉਂਦੀਆਂ ਨੇ। ਫਿਰ ਅਸੀਂ ਉਸ ਅਧਿਐਨ ਦੇ ਲਈ ਕੁਝ ਇਹੋ ਜਿਹੀਆਂ ਔਰਤਾਂ ਦੀ ਚੋਣ ਕੀਤੀ ਜਿਹੜੀਆਂ ਕਿ ਬਾਹਰ ਜਾ ਕੇ ਨੌਕਰੀ ਨਹੀਂ ਸੀ ਕਰਦੀਆਂ, ਪਰ ਜਿਹੜੇ ਉਹਨਾਂ ਦੇ ਘਰ ਦੇ ਕੰਮ ਨੇ, ਚਾਹੇ ਰੋਟੀ ਬਣਾਉਣ ਦਾ ਕੰਮ ਆ ਤੇ ਚਾਹੇ ਸਾਫ਼ ਸਫਾਈ ਦਾ ਤੇ ਬੱਚਿਆਂ ਦੀ ਸਾਂਭ ਸੰਭਾਲ, ਜਿਨ੍ਹਾਂ ਦੀ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਪਰ ਉਹ ਕੰਮ ਕਰਦੀਆਂ ਸੀ, ਇਹੋ ਜਿਹੀਆਂ ਔਰਤਾਂ ਆਪਣੇ ਉਸ ਅਧਿਐਨ ਦੇ ਲਈ ਚੁਣੀਆਂ। ਬਿਲਕੁਲ ਜੀ, ਬਿਲਕੁਲ। ਤੇ ਜਦੋਂ ਅਸੀਂ ਇਹਦੇ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਤੇ ਸਾਨੂੰ ਇੱਕ ਬੜੇ ਹੈਰਾਨੀਜਨਕ ਜਿਹੜੇ ਅੰਕੜੇ ਸੀ ਉਹ ਸਾਹਮਣੇ ਆਏ। ਇਹਦੇ ਵਿੱਚ ਅਸੀਂ ਜਦੋਂ ਉਹਨਾਂ ਤੋਂ ਸਾਰਾ ਡਾਟਾ ਲਿਆ ਤਾਂ ਜੇ ਅਸੀਂ ਗੱਲ ਕਰੀਏ ਤਾਂ ਸਾਡੀ ਸਰਕਾਰ ਨੇ ਜਿਹੜੀ ਘੱਟੋ ਘੱਟ ਜੇ 8 ਘੰਟੇ ਕੋਈ ਵਿਅਕਤੀ ਕੰਮ ਕਰਦਾ ਤਾਂ ਉਹਨੂੰ ਇੱਕ ਕਾਰਜਕਾਰੀ ਦਿਨ ਮੰਨਿਆ ਜਾਂਦਾ ਹੈ ਤੇ ਉਹਦੇ ਲਈ ਜਿਹੜੀ ਘੱਟੋ ਘੱਟ ਮੁੱਲ ਜਾਂ ਆਮਦਨ ਤੁਸੀਂ ਕਹਿ ਸਕਦੇ ਹੋ ਜਾਂ ਉਹਦੇ ਜਿਹੜੀ ਉਹਨੂੰ ਤਨਖਾਹ ਮਿਲਦੀ ਆ ਉਹ 381 ਰੁਪਏ, ਉਹਨਾਂ ਨੇ ਸ਼ਾਇਦ ਹੁਣ ਵੱਧ ਘਟ ਗਈ ਹੋਵੇ, ਜਦੋਂ ਅਸੀਂ ਕੀਤਾ ਸੀ ਤਾਂ 381 ਰੁਪਏ ਸੀਗੇ ਉਹ ਇੱਕ 8 ਘੰਟਿਆਂ ਦੇ, ਜਾਣੀ ਕਿ ਇੱਕ ਕਾਰਜਕਾਰੀ ਦਿਨ ਦੇ ਜੀ ਜੀ। ਤੇ ਅਸੀਂ ਆਪਣੇ ਸਰਵੇ 'ਚ ਦੇਖਿਆ ਕਿ ਇਹ ਔਰਤਾਂ 13 ਘੰਟੇ ਕੰਮ ਕਰਦੀਆਂ ਨੇ ਇੱਕ ਦਿਨ ਦੇ ਵਿੱਚ, ਠੀਕ ਹੈ, ਤੇ ਜਿਹਦੀ ਚਾਹੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਪਰ 13 ਘੰਟੇ ਉਹ ਕੰਮ ਕਰਦੀਆਂ ਨੇ। ਤੇ ਉਹਨੂੰ ਜਦੋਂ ਅਸੀਂ ਪੈਸਿਆਂ ਵਿੱਚ ਤਬਦੀਲ ਕੀਤਾ ਤਾਂ ਸਾਡੇ ਕੋਲੇ ਇੱਕ ਜਿਹੜੀ ਅਮਾਊਂਟ ਆਈ, ਜਿਹੜੇ ਇੱਕ ਸਾਡੇ ਕੋਲ ਰਕਮ ਆਈ ਤਾਂ ਉਹ ਸੀਗੀ 15,000 ਰੁਪਏ ਮਹੀਨਾ। ਜਾਣੀ ਜੇ ਇਹੀ ਕੰਮ ਉਹਨਾਂ ਨੂੰ ਕਿਸੇ ਤੋਂ ਕਰਵਾਉਣੇ ਪੈਣ, ਸ਼ਾਇਦ ਉਹਦਾ ਅੰਕੜਾ ਇਹ ਤੋਂ ਵੀ ਜ਼ਿਆਦਾ ਹੋਵੇ ਕਿਉਂਕਿ ਕੰਮ ਕਰਨ ਵਾਲੇ ਉਹ ਤੋਂ ਵੀ ਜ਼ਿਆਦਾ ਪੈਸੇ ਲੈਂਦੇ, ਸਭ ਤੋਂ ਘੱਟ ਪੈਸੇ ਲਾ ਕੇ ਵੀ 15,000 ਰੁਪਈਆ ਸਿੱਧੇ ਤੌਰ ਤੇ ਜਿਹੜੀਆਂ ਇਹ ਔਰਤਾਂ ਨੇ ਆਪਣੀ ਪਰਿਵਾਰਕ ਆਮਦਨ ਦੇ ਵਿੱਚ ਪਾ ਰਹੀਆਂ ਨੇ। ਫਸਲਾਂ ਦੀ ਗੁਣਵੱਤਾ, ਕਿਉਂਕਿ ਸਾਡੇ ਘਰ ਦੇ ਵਿੱਚ ਦਾਣੇ ਆਉਣੇ ਨੇ ਹਨਾ, ਸੋ ਕੋਈ ਵੀ ਫਸਲ ਭਾਵੇਂ ਦਾਲਾਂ ਵਾਲੀ ਹੈ, ਭਾਵੇਂ ਉਹ ਕਣਕ ਤੇ ਝੋਨਾ ਹੀ ਹੋਵੇ, ਘਰ ਦੇ ਵਿੱਚ ਆਉਣਾ, ਘਰ ਲਈ ਵੀ ਰੱਖਣਾ ਤੇ ਬਾਹਰ ਵੀ ਅਸੀਂ ਵੇਚਣਾ, ਬਿਲਕੁਲ ਜੀ, ਉਹਦੀ ਗੁਣਵੱਤਾ ਵਧਾਉਣ ਦੇ ਲਈ ਔਰਤਾਂ ਬਹੁਤ ਵੱਡਾ ਯੋਗਦਾਨ ਪਾ ਵੀ ਰਹੀਆਂ ਤੇ ਪਾ ਵੀ ਸਕਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ। ਹਾਂਜੀ, ਸੋ ਕੀ ਕਹਿਣਾ ਚਾਹੋਗੇ, ਕੀ ਇਹਦੇ ਲਈ ਕੋਈ ਟ੍ਰੇਨਿੰਗ ਵਗੈਰਾ ਵੀ ਲੈਣੀ ਬਹੁਤ ਜ਼ਰੂਰੀ ਹੈ? ਹਾਂਜੀ, ਜਿਵੇਂ ਮੈਂ ਪਹਿਲਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਤੇ ਇਹਦੇ ਵਿੱਚ ਇੱਕ ਇਹ ਵੀ ਚੀਜ਼ ਮੈਨੂੰ ਲੱਗਦਾ ਵੀ ਜ਼ਰੂਰ ਸਾਹਮਣੇ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਅਸੀਂ ਕੋਈ ਨੌਕਰੀ ਕਰਦੇ ਹਾਂ ਤੇ ਸਾਨੂੰ ਇੱਕ ਦਿਨ ਦੀ ਛੁੱਟੀ, ਜਿਹਨੂੰ ਕਿ ਅਸੀਂ ਐਤਵਾਰ ਛੁੱਟੀ ਵਾਲਾ ਦਿਨ ਕਹਿੰਦੇ ਆ, ਵੀਕਐਂਡ ਕਹਿੰਦੇ ਆ, ਉਸ ਦਿਨ ਸਾਨੂੰ ਸਭ ਨੂੰ ਛੁੱਟੀ ਹੁੰਦੀ ਸਾਡੇ ਕੰਮ ਤੋਂ ਤੇ ਅਸੀਂ ਉਸ ਦਿਨ ਆਪਣੇ ਘਰ ਜਾ ਕੇ ਆਪਣੀ ਜਿਹੜੀ ਵੀ ਸਾਡੇ ਚਾਹੇ ਉਹ ਘਰੇਲੂ ਸਾਡੀ ਔਰਤ ਹੈ, ਚਾਹੇ ਸਾਡੀ ਵਾਈਫ ਹੈ, ਸਾਡੀ ਮਾਂ ਹੈ, ਅਸੀਂ ਜਾਂਦੇ ਹਾਂ ਤੇ ਉਹਨੂੰ ਜਾ ਕੇ ਕਹਿੰਦੇ ਵੀ ਮੈਂ ਬੜਾ ਕੰਮ ਕੀਤਾ ਸਾਰਾ ਹਫਤਾ, ਹੁਣ ਮੈਂ ਅੱਜ ਖਾਣਾ ਕਿਉਂਕਿ ਮੇਰੀ ਛੁੱਟੀ ਆ। ਪਰ ਅਸੀਂ ਇਸ ਚੀਜ਼ ਬਾਰੇ ਕਦੇ ਨਹੀਂ ਸੋਚਦੇ ਕਿ ਉਹਨਾਂ ਔਰਤਾਂ ਦੀ ਜਦੋਂ ਤੋਂ ਉਹ ਇਸ ਜ਼ਿੰਮੇਵਾਰੀ ਨੂੰ ਚੁੱਕ ਲੈਂਦੀਆਂ ਨੇ ਤੇ ਤਦ ਤੱਕ ਜਦ ਤੱਕ ਉਹ ਇਸ ਜ਼ਿੰਦਗੀ ਦੇ ਵਿੱਚ ਆਪਣੇ ਜਿੰਦੀਆਂ ਨੇ, ਇਸ ਦੁਨੀਆ 'ਚ ਜਿੰਦੀਆਂ ਨੇ, ਉਹਨਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ। ਤੇ ਜੇ ਕਿਸੇ ਕਾਰਨ ਕਰਕੇ ਕੋਈ ਉਹਨਾਂ ਨੂੰ ਛੁੱਟੀ ਲੈਣੀ ਪੈ ਜਾਵੇ, ਮਤਲਬ ਉਹਨੂੰ ਕਿਤੇ ਆਉਣਾ ਜਾਣਾ ਪੈ ਜਾਵੇ, ਤਾਂ ਘਰ ਵਿੱਚ ਸਾਨੂੰ ਕੱਪੜੇ ਨਹੀਂ ਲੱਭਦੇ, ਸਾਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਖਾਈਏ ਕਿਉਂਕਿ ਸਾਡਾ ਘਰ ਦਾ ਖਾਣਾ ਨਹੀਂ ਬਣਦਾ। ਤਾਂ ਇਸ ਚੀਜ਼ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰਨਾ ਕਿ ਜਿਹੜੀਆਂ ਸਾਡੀਆਂ ਔਰਤਾਂ ਨੇ ਉਹਨਾਂ ਦਾ ਬਹੁਤ ਹੀ ਵੱਡਾ ਇੱਕ ਜਿਹੜਾ ਯੋਗਦਾਨ ਹੈ ਸਾਡੇ ਹਰ ਕੰਮ ਦੇ ਵਿੱਚ, ਸਾਡੀ ਜ਼ਿੰਦਗੀ ਨੂੰ ਚਲਾਉਣ ਦੇ ਵਿੱਚ। ਤੇ ਇਸੇ ਦੀ ਅੱਗੇ ਗੱਲਬਾਤ ਕਰਦੇ ਹਾਂ ਕਿ ਜੋ ਪਹਿਲਾਂ ਅਸੀਂ ਗੱਲ ਕੀਤੀ ਖੇਤੀ ਉਦਮਤਾ ਦੀ, ਜਿਵੇਂ ਕਿ ਇਹਨਾਂ ਨੇ ਕਿਹਾ ਕਿ ਜਦੋਂ ਜਿਹੜੇ ਕਿਸਾਨ ਵੀਰ ਨੇ ਕੰਮ ਕਰਦੇ ਨੇ, ਫਸਲਾਂ ਲੈ ਕੇ ਆਉਂਦੇ ਨੇ, ਸਾਂਭ ਸੰਭਾਲ ਹੁੰਦੀ ਆ, ਤਾਂ ਅਸੀਂ ਜਦੋਂ ਇਹਨਾਂ ਔਰਤਾਂ ਨੂੰ ਮਿਲੇ ਤਾਂ ਅਸੀਂ ਇੱਕ ਚੀਜ਼ ਹੋਰ ਜੋ ਸਾਡੇ ਨੋਟਿਸ 'ਚ ਆਈ ਉਹ ਇਹ ਸੀ ਵੀ ਜੇ ਅਸੀਂ ਇਹਨਾਂ ਨੂੰ ਕਹੀਏ ਕਿ ਤੁਸੀਂ ਬਾਹਰ ਜਾ ਕੇ ਨੌਕਰੀ ਕਰੋ, ਇਹ ਬਹੁਤ ਹੀ ਮੁਸ਼ਕਿਲ ਕੰਮ ਹੈ
ਤੇ ਮੁਸ਼ਕਿਲ ਕਿਉਂ ਆ? ਕਿਉਂਕਿ ਸਾਡਾ ਜਿਹੜਾ ਸਮਾਜ ਆ ਉਹਦਾ ਤਾਣਾ ਬਾਣਾ ਹੀ ਇਹੋ ਜਿਹਾ ਕਿ ਜਿਹੜੀਆਂ ਔਰਤਾਂ ਆਪਣੇ ਘਰ ਦੀ ਜ਼ਿੰਮੇਵਾਰੀ ਇਹ ਪਿੱਛੇ ਚੱਕਦੀਆਂ ਹੈਗੀਆਂ, ਉਹਨਾਂ ਬਿਨਾਂ ਸਾਡੇ ਜਿਹੜੇ ਸਮਾਜ ਆ ਜਾਂ ਜਿਹੜਾ ਸਾਡਾ ਘਰ ਪਰਿਵਾਰ ਉਹ ਨਹੀਂ ਚੱਲ ਸਕਦਾ। ਹੁਣ ਅਸੀਂ ਇਸ ਚੀਜ਼ ਤੇ ਕੰਮ ਕਰ ਰਹੇ ਹਾਂ ਵੀ ਇਹਨਾਂ ਔਰਤਾਂ ਨੂੰ ਕੋਈ ਇਹੋ ਜਿਹਾ ਕੰਮ ਦੇ ਵਿੱਚ ਪਾਇਆ ਜਾਵੇ ਜਿਹਦੇ ਲਈ ਇਹਨਾਂ ਨੂੰ ਆਪਣੇ ਜਿਹੜੇ ਘਰ ਦੇ ਰੋਜ਼ਮਰਾ ਦੀ ਜ਼ਿੰਦਗੀ ਦੇ ਕੰਮ ਹੈ ਉਹਨਾਂ ਦੇ ਨਾਲ ਹੀ ਕੁਝ ਇਨਕਮ ਇਹਨਾਂ ਦੀ ਵਧੇ। ਉਹਦੇ ਲਈ ਜੋ ਸਭ ਤੋਂ ਵਧੀਆ ਉਹ ਹੈ ਖੇਤੀ ਉਦਮਤਾ। ਹੁਣ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਕਿ ਸਾਡੀ ਜਿਹੜੀ ਬਹੁਤੀ ਪੇਂਡੂ ਆਬਾਦੀ ਆ ਉਹ ਖੇਤੀਬਾੜੀ ਦੇ ਨਿਰਭਰ ਕਰਦੀ ਹੈ ਜੀ। ਜਦੋਂ ਅਸੀਂ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਫਸਲ ਉਗਾ ਕੇ ਤੇ ਘਰ ਲੈ ਕੇ ਆਉਂਦੇ ਨੇ, ਜਿਹੜੀ ਸਾਨੂੰ ਘਰ ਜ਼ਰੂਰਤ ਹੁੰਦੀ ਆ ਸਾਡੀਆਂ ਜਿਹੜੀਆਂ ਘਰੇਲੂ ਔਰਤਾਂ ਉਨੀ ਕੁ, ਜਿਵੇਂ ਕਣਕ ਲੈ ਕੇ ਆਏ ਤੇ ਕਣਕ ਅਸੀਂ ਢੋਲਾਂ 'ਚ ਪਾ ਕੇ ਰੱਖ ਲੈਣੇ ਵੀ ਪੂਰਾ ਸਾਲ ਅਸੀਂ ਆਟਾ ਖਾਣਾ ਹੈ, ਰੋਟੀ ਪਕਾਉਣੀ ਹੈ, ਹਾਂਜੀ। ਤੇ ਇਹ ਅਸੀਂ ਜਿਹੜੀ ਚੀਜ਼ ਕਰਦੇ ਆ ਤੇ ਇਹਦੇ ਨਾਲ ਫਿਰ ਜਿਹੜੀ ਬਾਕੀ ਦੀ ਵੱਧ ਕਣਕ ਹੁੰਦੀ ਆ, ਕਿਉਂਕਿ ਜਦੋਂ ਵੀ ਅਸੀਂ ਕੋਈ ਫਸਲ ਉਗਾਉਂਦੇ ਆ ਉਹ ਜਿਹੜੀ ਫਸਲ ਆ ਉਹ ਇੰਨੇ ਕੁ ਜ਼ਿਆਦਾ ਮਿਕਦਾਰ ਦੇ ਵਿੱਚ ਉਗਾਈ ਜਾਂਦੀ ਆ ਵੀ ਇਹਨੂੰ ਇੱਕੋ ਹੀ ਟਾਈਮ ਦੇ ਉੱਤੇ ਵਰਤ ਲੈਣਾ ਸੰਭਵ ਨਹੀਂ ਆ ਜੀ। ਤਾਂ ਜਿਹੜੀ ਸਾਡੀ ਵਰਤੋਂ 'ਚ ਨਹੀਂ ਆਉਂਦੀ ਅਸੀਂ ਉਹਨੂੰ ਸੌਖਾ ਜਿਹਾ ਕੰਮ ਕਰਦੇ ਵੀ ਮੰਡੀ ਗਏ ਤੇ ਉਹਨੂੰ ਵੇਚਿਆ। ਬਿਲਕੁਲ ਠੀਕ ਆ। ਪਰ ਕੀ ਅਸੀਂ ਕਦੇ ਇਸ ਚੀਜ਼ ਤੇ ਸੋਚਿਆ ਹੈ ਕਿ ਜਿਹੜੀ ਫਸਲ ਅਸੀਂ ਬਹੁਤ ਹੀ ਘੱਟ ਰੇਟ ਤੇ ਮੰਡੀ ਵਿੱਚ ਜਾ ਕੇ ਵੇਚ ਕੇ ਆਉਂਦੇ ਆ, ਸਾਡੇ ਕਿਸਾਨ ਵੀਰ ਵੇਚ ਕੇ ਆਉਂਦੇ ਆ, ਜਦੋਂ ਉਸੇ ਕਣਕ ਦਾ ਆਟਾ ਲੈਣ ਲਈ, ਦਲੀਆ ਲੈਣ ਲਈ ਅਸੀਂ ਮਾਰਕੀਟ ਵਿੱਚ ਜਾਂਦੇ ਆ ਤਾਂ ਅਸੀਂ ਦੁੱਗਣੀ ਤਿੱਗਣੀ ਕੀਮਤ ਉੱਥੇ ਅਦਾ ਕਰਦੇ ਆ। ਬਿਲਕੁਲ ਬਿਲਕੁਲ ਜੀ ਹਾਂ। ਤਾਂ ਖੇਤੀ ਉਦਮਤਾ ਵਿੱਚ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਫੈਮਿਲੀ ਅਪਰੋਚ ਅਸੀਂ ਇਸ ਚੀਜ਼ ਨੂੰ ਨਾਮ ਦਿੱਤਾ ਹੈ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਫਸਲ ਉਗਾ ਕੇ ਤੇ ਆਪਣੀ ਪਾਲਣ ਪੋਸ਼ਣ ਕਰਕੇ ਵੱਢ ਕੇ ਘਰ ਲੈ ਕੇ ਆਉਣ, ਤੇ ਜਿਹੜੀਆਂ ਸਾਡੀਆਂ ਸੁਆਣੀਆਂ ਨੇ, ਸਾਡੀਆਂ ਕਿਸਾਨ ਬੀਬੀਆਂ ਨੇ, ਉਹ ਇਹਨਾਂ ਤੇ ਟ੍ਰੇਨਿੰਗ ਲੈਣ ਕਿ ਕਿਵੇਂ ਇਹਨਾਂ ਦੀ ਗੁਣਵੱਤਾ ਵਧਾ ਕੇ, ਇਹਨਾਂ ਫਸਲਾਂ ਦੀ ਗੁਣਵੱਤਾ ਵਧਾ ਕੇ ਇਹਨਾਂ ਤੋਂ ਹੋਰ ਉਤਪਾਦ, ਹੋਰ ਪਦਾਰਥ ਜਿਹੜੇ ਹੈਗੇ ਨੇ ਬਣਾਏ ਜਾ ਸਕਣ, ਤੇ ਉਹਨਾਂ ਦੀ ਕਿਵੇਂ ਕਲੀਨਿੰਗ, ਪ੍ਰੋਸੈਸਿੰਗ, ਗ੍ਰੇਡਿੰਗ ਤੇ ਪੈਕੇਜਿੰਗ ਆ ਜਿਹੜੀ ਕੀਤੀ ਜਾਵੇ। ਤੇ ਨਾਲ ਹੀ ਜਿਹੜੇ ਸਾਡੇ ਕਿਸ਼ੋਰ ਨੇ, ਜਿਹੜੇ ਸਾਡੇ ਯੁਵਕ ਨੇ, ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਹੁਣ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਾਡੇ ਕੋਲੇ ਬਹੁਤ ਪੜ੍ਹੇ ਲਿਖੇ ਯੁਵਕ ਨੇ, ਬਹੁਤ ਡਿਗਰੀ ਹੋਲਡਰ ਨੇ, ਹਾਂਜੀ ਹਾਂਜੀ, ਪਰ ਸਾਡੇ ਕੋਲ ਨੌਕਰੀਆਂ ਹੈ ਨਹੀਂ। ਸਾਡੇ ਬੇਰੁਜ਼ਗਾਰੀ ਇੰਨੀ ਆ ਕਿ ਸਾਡੇ ਜਿਹੜੇ ਯੁਵਕ ਹੈਗੇ ਨੇ ਉਹਨਾਂ ਨੂੰ ਇੱਥੇ ਨੌਕਰੀਆਂ ਨਹੀਂ ਮਿਲਦੀਆਂ, ਉਹ ਬੇਰੁਜ਼ਗਾਰ ਨੇ ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਬਾਹਰ ਜਾ ਕੇ ਆਪਣਾ ਫਿਊਚਰ ਜਿਹੜਾ ਹੈਗਾ ਉਹ ਬਣਾ ਸਕਦੇ ਹਾਂ। ਪਰ ਜਦੋਂ ਇਹ ਫੈਮਿਲੀ ਅਪਰੋਚ ਦੀ ਗੱਲ ਹੁੰਦੀ ਹੈ ਤੇ ਇਹਦੇ ਵਿੱਚ ਜਿਵੇਂ ਕਿਸਾਨ ਵੀਰ ਫਸਲ ਲੈ ਕੇ ਆਏ ਤੇ ਜਿਹੜੀਆਂ ਸਾਡੀਆਂ ਕਿਸਾਨ ਬੀਬੀਆਂ ਨੇ ਉਹਨਾਂ ਨੇ ਉਹਦੀ ਪੈਕੇਜਿੰਗ ਕੀਤੀ, ਪ੍ਰੋਸੈਸਿੰਗ ਕੀਤੀ, ਕਲੀਨਿੰਗ ਕੀਤੀ, ਗ੍ਰੇਡਿੰਗ ਕੀਤੀ, ਤੇ ਜਿਹੜਾ ਸਾਡਾ ਯੂਥ ਆ, ਜਿਹੜਾ ਕਿ ਪੜ੍ਹਿਆ ਲਿਖਿਆ ਯੂਥ ਹੈ, ਉਹ ਇਹਦੀ ਈ ਮਾਰਕੀਟਿੰਗ ਕਰ ਸਕਦਾ ਹੈ। ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਦੇਖੋ ਸਾਰੇ ਥਾਂ ਤੇ ਈ ਮਾਰਕੀਟਿੰਗ ਦੀ ਗੱਲ ਹੁੰਦੀ ਆ। ਅਸੀਂ ਘਰੇ ਸਾਡੇ ਕੋਲ ਕਿਸੇ ਕੋਲ ਜਿਹੜੇ ਵਰਕਿੰਗ ਹੈਗੇ ਨੇ, ਜਿਹੜੇ ਸਰਵਿਸ ਕਲਾਸ ਦੇ ਲੋਕ ਹੈਗੇ ਨੇ ਜਾਂ ਜਿਹੜੇ ਬਿਜ਼ਨਸਮੈਨ ਵੀ ਆ, ਕਿਸੇ ਕੋਲ ਟਾਈਮ ਨਹੀਂ ਕਿ ਅਸੀਂ ਮਾਰਕੀਟ ਜਾ ਕੇ ਸਮਾਨ ਖਰੀਦੀਏ। ਘਰ ਹੀ ਮੰਗਵਾ ਲੈਂਦੇ ਆ, ਅਸੀਂ ਘਰੇ ਬੈਠੇ ਆ, ਆਨਲਾਈਨ ਸਰਚ ਕਰਦੇ ਆ, ਜੋ ਸਾਨੂੰ ਵਧੀਆ ਚੀਜ਼ ਲੱਗਦੀ ਆ ਅਸੀਂ ਉਹ ਘਰ ਮੰਗਵਾ ਲੈਂਦੇ ਆ। ਤੇ ਸਾਡਾ ਇਹ ਕੰਮ ਈ ਮਾਰਕੀਟਿੰਗ ਵਾਲਾ ਕੰਮ ਸਾਡੇ ਜਿਹੜੇ ਕਿਸਾਨ ਵੀਰ ਤੇ ਬੀਬੀ ਆ ਸ਼ਾਇਦ ਉਹਨਾਂ ਲਈ ਮੁਸ਼ਕਿਲ ਹੈ, ਪਰ ਜਿਹੜੇ ਸਾਡਾ ਯੂਥ ਆ, ਜਿਹੜੇ ਸਾਡੇ ਯੁਵਕ ਆ, ਉਹਨਾਂ ਲਈ ਇਹ ਚੁਟਕੀਆਂ ਭਰਦਾ ਕੰਮ ਹੈ। ਤੋ ਇਹਦੇ ਨਾਲ ਕੀ ਹੋਏਗਾ, ਇੱਕ ਤਾਂ ਜਿਹੜੀ ਅਸੀਂ ਕਹਿੰਦੇ ਕਿ ਸਵੈ ਨਿਰਭਰਤਾ ਆਏਗੀ ਕਿ ਤੁਹਾਨੂੰ ਘਰੇ ਕੰਮ ਮਿਲ ਰਿਹਾ ਵਾ, ਠੀਕ ਹੈ, ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ। ਇੱਕ ਜਿਹੜਾ ਸਾਡਾ ਵਰਕ ਕਲਚਰ ਖਤਮ ਹੁੰਦਾ ਜਾ ਰਿਹਾ ਵਾ ਉਹ ਚੀਜ਼ ਵੀ ਇਹਦੇ ਨਾਲ ਵਧੂਗੀ, ਠੀਕ ਆ। ਘਰ ਦੇ ਵਿੱਚ ਸਾਰੀ ਇੱਕੋ ਹੀ ਫੈਮਿਲੀ ਜਿਹੜੇ ਮੈਂਬਰ ਨੇ ਜਦੋਂ ਇੱਕ ਕੰਮ ਦੇ ਵਿੱਚ ਆਪਦੀ ਸ਼ਮੂਲੀਅਤ ਦੇਣਗੇ ਤਾਂ ਲੜ ਲੜਈਏ ਜਿਹੜੇ ਆਮ ਗਰੁੱਪਾਂ 'ਚ ਹੋ ਜਾਂਦੇ ਆ ਉਹ ਵੀ ਘੱਟ ਹੋ ਜਾਣਗੇ, ਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਹੋਣਗੀਆਂ। ਟ੍ਰੇਨਿੰਗ ਬਹੁਤ ਜ਼ਰੂਰੀ ਹੈ ਇਹਦੇ ਲਈ। ਤੁਸੀਂ ਦੱਸਿਆ ਕਿ ਤੁਹਾਡਾ ਵਿਭਾਗ ਟ੍ਰੇਨ ਕਰਦਾ, ਕੀ ਕੋਈ ਪੈਸਾ ਵੀ ਲੱਗਦਾ? ਕੌਣ ਟ੍ਰੇਨਿੰਗ ਲੈ ਸਕਦਾ? ਕਿੰਨੇ ਦਿਨ ਦੀ ਟ੍ਰੇਨਿੰਗ ਆ? ਥੋੜਾ ਜਿਹਾ ਆਈਡੀਆ ਦਿਓ ਤਾਂ ਕਿ ਆਪਣੇ ਆਪ ਨੂੰ ਤਿਆਰ ਕਰ ਸਕਣ ਉਹਨੇ ਦਿਨਾਂ ਦੀ ਟ੍ਰੇਨਿੰਗ ਲੈਣ ਦੇ ਲਈ। ਹਾਂਜੀ, ਇਹ ਇੱਕ ਬਹੁਤ ਹੀ ਜ਼ਰੂਰੀ ਚੀਜ਼ ਆ ਜਿਹੜੀ ਕਿ ਸਾਡੇ ਕਿਸਾਨ ਬੀਬੀਆਂ ਨੂੰ ਪਤਾ ਹੋਣੀ ਚਾਹੀਦੀ ਹੈ ਜੀ। ਤੇ ਰਹੀ ਗੱਲ ਜਿਹੜੀ ਟ੍ਰੇਨਿੰਗ ਦੀ ਗੱਲ ਆ, ਜਿਵੇਂ ਕਿ ਆਪਾਂ ਪਹਿਲਾਂ ਪ੍ਰੋਸੈਸਿੰਗ ਦੀ ਗੱਲ ਕੀਤੀ, ਤੇ ਮੈਂ ਤੁਹਾਨੂੰ ਨਾਲ ਹੀ ਇਹ ਦੱਸ ਦਿੰਦੀ ਹਾਂ ਕਿ ਜਿਵੇਂ ਆਪਾਂ ਕਣਕ ਦੀ ਗੱਲ ਕੀਤੀ, ਕਣਕ ਤੋਂ ਅਸੀਂ ਦਲੀਆ ਬਣਾ ਸਕਦੇ ਹਾਂ, ਆਟਾ ਬਣਾ ਸਕਦੇ ਹਾਂ, ਮੈਦਾ ਬਣਾ ਸਕਦੇ ਹਾਂ, ਸੇਵੀਆਂ ਬਣਾ ਸਕਦੇ ਹਾਂ, ਤੇ ਦਾਲਾਂ ਤੋਂ ਅਸੀਂ ਪਾਪੜ ਬੜੀਆਂ ਬਣਾ ਸਕਦੇ ਹਾਂ। ਇੱਦਾਂ ਹੀ ਜਿਹੜੇ ਆਮ ਹੀ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਤੁਹਾਨੂੰ ਦੁਧਾਰੂ ਪਸ਼ੂ ਮਿਲ ਜਾਣਗੇ। ਤੁਹਾਡੇ ਕੋਲ ਦੁਧਾਰੂ ਪਸ਼ੂ ਹੈ ਤੇ ਉਹੀ ਜੋ ਆਪਾਂ ਪਹਿਲਾਂ ਕਣਕ ਦੀ ਗੱਲ ਕੀਤੀ ਕਿ ਦੁੱਧ ਜਿੰਨਾ ਅਸੀਂ ਘਰੇ ਸਾਡੀ ਵਰਤੋਂ ਹੁੰਦੀ ਹੈ ਉਹ ਅਸੀਂ ਵਰਤ ਕੇ ਬਾਕੀ ਡੇਅਰੀ 'ਚ ਪਾ ਦਿੰਦੇ ਹਾਂ ਜੀ। ਬਿਲਕੁਲ। ਪਰ ਕੀ ਸਾਨੂੰ ਨਹੀਂ ਪਤਾ ਕਿ ਉਹਨਾਂ ਦਾ ਘਿਓ ਕਿਵੇਂ ਬਣ ਸਕਦਾ, ਕਿ ਸਾਨੂੰ ਨਹੀਂ ਪਤਾ ਕਿ ਉਹਦਾ ਪਨੀਰ ਕਿਵੇਂ ਬਣਾਇਆ ਜਾ ਸਕਦਾ। ਜੇ ਉਸੇ ਦੁੱਧ ਦੇ ਪ੍ਰੋਡਕਟ ਬਣਾ ਕੇ, ਪਦਾਰਥ ਹੋਰ ਬਣਾ ਕੇ ਉਹਨਾਂ ਨੂੰ ਮਾਰਕੀਟ ਵਿੱਚ ਵੇਚਿਆ ਜਾਵੇ, ਜਿਵੇਂ ਕਿ ਘਿਓ ਹੋ ਗਿਆ, ਮੱਖਣ ਹੋ ਗਿਆ, ਲੱਸੀ ਹੋ ਗਈ, ਦਹੀਂ ਹੋ ਗਈ, ਸ਼ਹਿਰਾਂ ਵਿੱਚ ਆਮ ਹੀ ਲੋਕ ਇਹ ਖਰੀਦਦੇ ਨੇ ਜਿਹੜੇ ਘਰੇ, ਤੇ ਇਹਦਾ ਜਿਹੜਾ ਹੈ ਤੁਹਾਨੂੰ ਜਿਹੜਾ ਵੱਧ ਪੈਸਾ ਮਿਲੇਗਾ ਤੇ ਤੁਹਾਡੀ ਜਿਹੜੀ ਆਮਦਨ ਆ ਉਹ ਵਧੇਗੀ।
ਤੇ ਰਹੀ ਗੱਲ ਟ੍ਰੇਨਿੰਗਾਂ ਦੀ, ਤੇ ਟ੍ਰੇਨਿੰਗ ਜੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਕਰਕੇ ਸਾਡਾ ਸੈਂਟਰ ਹੈਗਾ, ਜਿਹਦੇ ਵਿੱਚ ਕਿ ਬਿਲਕੁਲ ਹੀ ਜਾਂ ਬਹੁਤ ਹੀ ਘੱਟ ਖਰਚ ਤੇ ਜਾਂ ਫਿਰ ਬਿਲਕੁਲ ਹੀ ਫ੍ਰੀ ਦੇ ਵਿੱਚ ਜਿਹੜੀਆਂ ਟ੍ਰੇਨਿੰਗਾਂ ਹੈਗੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਤੇ ਕੋਈ ਵੀ ਟ੍ਰੇਨਿੰਗ ਖੇਤੀ ਨਾਲ ਸੰਬੰਧਿਤ ਕੋਈ ਵੀ ਟ੍ਰੇਨਿੰਗ ਜੇ ਤੁਸੀਂ ਲੈਣਾ ਚਾਹੁੰਦੇ ਹੋ, ਚਾਹੇ ਉਹ ਸਾਡੇ ਕਿਸਾਨ ਵੀਰ ਨੇ, ਚਾਹੇ ਸਾਡੀਆਂ ਕਿਸਾਨ ਬੀਬੀਆਂ ਨੇ, ਤੇ ਚਾਹੇ ਸਾਡੇ ਯੁਵਕ ਨੇ, ਜੇ ਤੁਸੀਂ ਕੋਈ ਵੀ ਖੇਤੀ ਸੰਬੰਧਿਤ ਟ੍ਰੇਨਿੰਗ ਲੈ ਕੇ ਤੇ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ PAU ਦੀ ਵੈਬਸਾਈਟ www.pau.edu ਤੇ ਜਾ ਕੇ ਜੋ ਵੀ ਲਿਸਟ ਤੁਹਾਨੂੰ ਚਾਹੀਦੀ ਆ ਖੇਤੀਬਾੜੀ ਸੰਬੰਧਿਤ ਉੱਥੇ ਤੁਹਾਨੂੰ ਮਿਲ ਜੇਗੀ ਤੇ ਤੁਸੀਂ ਉਹਦੇ ਉੱਤੇ ਆਪਣਾ ਅਪਲਾਈ ਕਰ ਸਕਦੇ ਹੋ। ਤੇ ਜੇ ਤੁਸੀਂ ਕਿਸੇ ਵੀ ਵਿਸ਼ੇ ਤੇ ਜਿਹਦੇ ਉੱਤੇ ਸਾਡਾ ਸਕਿੱਲ ਡਿਵੈਲਪਮੈਂਟ ਸੈਂਟਰ ਟ੍ਰੇਨਿੰਗ ਦਿੰਦਾ ਹੈ ਉੱਤੇ ਤੁਸੀਂ ਕੋਈ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹਦਾ ਫਾਰਮ ਭਰ ਕੇ ਤੇ ਉਹਦੇ ਲਈ ਅਪਲਾਈ ਕਰ ਸਕਦੇ ਹੋ ਜੀ। ਇੱਥੇ ਮੈਂ ਇਹ ਵੀ ਜ਼ਰੂਰ ਦੱਸਣਾ ਚਾਹਾਂਗੀ ਕਿ ਜਿਹੜਾ ਟ੍ਰੇਨਿੰਗ ਦਾ ਖਰਚ ਹੈ ਉਹ ਬਹੁਤ ਹੀ ਘੱਟ ਹੈ, ਤੇ ਜਾਂ ਫਿਰ ਬਹੁਤੀਆਂ ਜਿਹੜੀਆਂ ਟ੍ਰੇਨਿੰਗਾਂ ਨੇ ਉਹ ਮੁਫਤ ਦੇ ਵਿੱਚ ਬਿਲਕੁਲ ਫ੍ਰੀ ਆਫ ਕਾਸਟ ਜਿਹੜੀ ਸਾਡੀਆਂ ਫਾਰਮਿੰਗ ਫੈਮਲੀਜ਼ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਤੇ ਇੱਥੇ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ 5 ਦਿਨ ਤੋਂ ਉੱਪਰ ਕੋਈ ਟ੍ਰੇਨਿੰਗ ਕਰਦੇ ਹੋ, ਘੱਟੋ ਘੱਟ 5 ਦਿਨ ਜਾਂ ਉਹ ਤੋਂ ਉੱਪਰ ਦੀ ਕੋਈ ਟ੍ਰੇਨਿੰਗ ਕਰਦੇ ਹੋ, ਤਾਂ ਤੁਹਾਨੂੰ PAU ਵੱਲੋਂ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ, ਜਿਹਦੇ ਵਿੱਚ ਕਿ ਇਹ ਲਿਖਿਆ ਜਾਂਦਾ ਕਿ ਤੁਸੀਂ ਸਫਲਤਾਪੂਰਵਕ ਜਿਹੜੀ PAU ਤੋਂ ਆਹ ਵਾਲੀ ਟ੍ਰੇਨਿੰਗ ਜਿਹੜੀ ਹੈ ਉਹ ਲਈ ਹੈਗੀ ਆ ਤੇ ਪੂਰਨ ਕੀਤੀ ਹੈਗੀ ਆ, ਜਿਹਦੇ ਬੇਸਿਸ ਤੇ ਅੱਗੇ ਤੁਸੀਂ ਜੇ ਕੋਈ ਆਪਣਾ ਉਦਮ ਸ਼ੁਰੂ ਕਰਕੇ ਤੇ ਕੋਈ ਲੋਨ ਲੈਣਾ ਚਾਹੁੰਦੇ ਹੋ, ਤੁਹਾਨੂੰ ਉਹ ਵੀ ਤੁਸੀਂ ਸਰਟੀਫਿਕੇਟ ਦਿਖਾਉਂਦੇ ਹੋ ਤਾਂ ਉਹਦੇ ਤੇ ਇਹ ਹੋ ਜਾਂਦਾ ਕਿ ਹਾਂ ਤੁਸੀਂ ਇਸ ਵਿਸ਼ੇ ਤੇ ਟ੍ਰੇਨਿੰਗ ਲਈ ਆ ਤੇ ਉਹ ਤੇ ਕੰਮ ਕਰਨਾ ਤੁਸੀਂ ਜਿਹੜਾ ਹੈਗਾ ਅੱਗੇ ਸ਼ੁਰੂ ਕਰਨਾ ਹੈ। ਤੇ ਪਲੱਸ ਇਹਨਾਂ ਟ੍ਰੇਨਿੰਗਾਂ ਦੇ ਵਿੱਚ ਤੁਹਾਨੂੰ ਉਤਪਾਦ ਬਣਾਉਣ ਤੋਂ ਲੈ ਕੇ ਉਹਨਾਂ ਦੀ ਪੈਕੇਜਿੰਗ ਤੇ ਉਹਨਾਂ ਦੇ ਉੱਤੇ ਲੇਬਲਿੰਗ ਤੇ FPO ਮਾਰਕ ਤੁਸੀਂ ਕਿਵੇਂ ਲੈ ਸਕਦੇ ਹੋ ਤੇ ਮਾਰਕੀਟਿੰਗ ਕਿਵੇਂ ਕਰ ਸਕਦੇ ਹੋ, ਹਰ ਚੀਜ਼ ਬਾਰੇ ਇੱਕ ਇੱਕ ਕਰਕੇ ਜਾਣਕਾਰੀ ਦਿੱਤੀ ਜਾਂਦੀ ਹੈ। ਕਈ ਵਾਰੀ ਪਿੰਡਾਂ ਦੇ ਵਿੱਚ ਸਾਡੀਆਂ ਕਿਸਾਨ ਬੀਬੀਆਂ ਕੋਈ ਨਾ ਕੋਈ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦੀਆਂ ਨੇ, ਪਰ ਉਹਨਾਂ ਨੂੰ ਔਕੜਾਂ ਬਹੁਤ ਆਉਂਦੀਆਂ, ਜਾਂ ਕਈ ਵਾਰੀ ਇਦਾਂ ਹੁੰਦਾ ਉਹ ਕੰਮ ਸ਼ੁਰੂ ਕਰ ਲੈਂਦੀਆਂ, ਉਹਨਾਂ ਨੂੰ ਉਹਨਾਂ ਦਾ ਹੌਸਲਾ ਵਧਾਉਣ ਦੀ ਬਜਾਏ ਉਹਨਾਂ ਦਾ ਡਿੱਗਣ ਵਾਲੇ ਜ਼ਿਆਦਾ ਹੁੰਦੇ ਆ। ਸੋ ਮੈਡਮ, ਕਿਹੋ ਜਿਹੀਆਂ ਔਕੜਾਂ ਸਾਡੇ ਪਿੰਡਾਂ ਦੀਆਂ ਕਿਸਾਨ ਬੀਬੀਆਂ ਨੂੰ ਤੁਸੀਂ ਹੁਣ ਤੱਕ ਦੇਖਿਆ ਕਿ ਆਈਆਂ ਜਦੋਂ ਕੋਈ ਨਾ ਕੋਈ ਨਵੀਂ ਉਦਮਤਾ ਉਹ ਸ਼ੁਰੂ ਕਰਨਾ ਚਾਹੁੰਦੀਆਂ ਨੇ? ਸੋ ਇਹਦੇ ਬਾਰੇ ਚਾਨਣਾ ਜ਼ਰੂਰ ਪਾਓ। ਹਾਂਜੀ, ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਔਕੜ ਇੱਕ ਔਰਤ ਨੂੰ ਆਉਂਦੀ ਆ ਉਹ ਹੈ ਉਹਦੀ ਦੋਹਰੀ ਜ਼ਿੰਮੇਵਾਰੀ ਜੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਸਾਡੀਆਂ ਘਰੇਲੂ ਔਰਤਾਂ ਨੇ ਉਹਨਾਂ ਦਾ ਜਿਹੜਾ ਪਹਿਲਾ ਇੱਕ ਮੇਨ ਮੁੱਖ ਕੰਮ ਮੰਨਿਆ ਜਾਂਦਾ ਕਿ ਉਹਨਾਂ ਨੇ ਆਪਣੇ ਪਰਿਵਾਰ ਦੇ ਲਈ ਆਪਣਾ ਪੂਰਾ ਟਾਈਮ ਦੇਣਾ ਤੇ ਉਹਨਾਂ ਦਾ ਧਿਆਨ ਰੱਖਣਾ ਤੇ ਉਹਨਾਂ ਦੀ ਦੇਖਭਾਲ ਕਰਨੀ ਹੈ। ਜਦੋਂ ਕੋਈ ਇਹੋ ਜਿਹੀ ਔਰਤ ਕੋਈ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੀ ਆ ਜਾਂ ਆਪਣੀ ਇੱਛਾ ਜ਼ਾਹਿਰ ਕਰਦੀ ਆ ਕਿ ਮੈਂ ਇਸ ਚੀਜ਼ ਤੇ ਆਪਣਾ ਕੋਈ ਕੰਮ ਸ਼ੁਰੂ ਕਰਨਾ ਹੈ, ਤਾਂ ਜਿਹੜੀ ਪਹਿਲੀ ਚੀਜ਼ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਕਹਿੰਦਾ ਉਹ ਇਹ ਹੁੰਦਾ ਵੀ ਦੇਖ, ਜੇ ਤੂੰ ਕੰਮ ਕਰਨਾ ਤਾਂ ਕਰ ਲੈ, ਪਰ ਪਰਿਵਾਰ ਦੀ ਜ਼ਿੰਮੇਵਾਰੀ ਪਹਿਲਾਂ। ਤੇ ਜਦ ਇੱਕ ਔਰਤ ਨੂੰ 13 ਘੰਟੇ ਉਹ ਆਲਰੇਡੀ ਆਪਣੇ ਪਰਿਵਾਰ ਦੀ ਦੇਖ ਰੇਖ ਦੇ ਵਿੱਚ ਤੇ ਹੋਰ ਕੰਮਾਂ 'ਚ ਦੇ ਰਹੀ ਆ, ਤਾਂ ਉਹਦੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਕਿਸੇ ਹੋਰ ਧੰਦੇ ਦੇ ਲਈ ਆਪਣਾ ਜਿਹੜਾ ਸਮਾਂ ਕੱਢਣਾ। ਤੇ ਇਹਦੇ ਨਾਲ ਕੀ ਹੁੰਦਾ ਕਿ ਜੇ ਕੋਈ ਬਿਜ਼ਨਸ ਕੋਈ ਉਦਮ ਸਾਡੀ ਕੋਈ ਔਰਤ ਸ਼ੁਰੂ ਕਰਦੀ ਹੈ ਤਾਂ ਉਹ ਸ਼ਾਇਦ ਆਪਣਾ ਪੂਰਾ ਸਮਾਂ ਦੇ ਨਹੀਂ ਪਾਉਂਦੀ, ਜਿਹਦੇ ਕਰਕੇ ਕਿ ਉਹਨਾਂ ਸਕਸੈਸਫੁਲ ਹੋਣਾ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ। ਦੂਜੀ ਔਕੜ ਜਿਵੇਂ ਇਹਨਾਂ ਨੇ ਗੱਲ ਕੀਤੀ ਪੈਸੇ ਦੀ, ਵਿੱਤ ਦੀ, ਇਹ ਆਮ ਹੀ ਵੈਸੇ ਤਾਂ ਸਾਡੇ ਕਾਨੂੰਨਾਂ ਦੇ ਵਿੱਚ ਵੀ ਇਹ ਆ ਕਿ ਇੱਕ ਭਰਾ ਤੇ ਭੈਣ ਜਿਹੜੇ ਇੱਕੋ ਮਾਪਿਆਂ ਦੇ ਜਾਏ ਭਰਾ ਭੈਣ ਨੇ ਉਹ ਉਹਨਾਂ ਦੀ ਪ੍ਰਾਪਰਟੀ ਦੇ ਅੱਧੋ ਅੱਧ ਵਾਰਸ ਨੇ, ਪਰ ਇਹ ਸਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਸਾਡੇ ਸਮਾਜ ਦੇ ਵਿੱਚ ਹਜੇ ਇਹ ਚੀਜ਼ ਉਨੀ ਜ਼ਿਆਦਾ ਪ੍ਰਫੁੱਲਿਤ ਨਹੀਂ ਹੋਈ। ਤੇ ਜਿਹੜੀਆਂ ਔਰਤਾਂ ਨੇ ਉਹ ਵਿਆਹ ਤੋਂ ਪਹਿਲਾਂ ਆਪਣੇ ਪਿਓ ਜਾਂ ਆਪਣੇ ਭਰਾ ਦੇ ਉੱਤੇ ਨਿਰਭਰ ਰਹਿੰਦੀਆਂ ਨੇ ਕਿਸੇ ਵੀ ਤਰ੍ਹਾਂ ਦੇ ਪੈਸੇ ਦੇ ਲਈ, ਤੇ ਵਿਆਹ ਤੋਂ ਬਾਅਦ ਉਹ ਆਪਣੇ ਘਰ ਵਾਲਿਆਂ ਦੇ ਉੱਤੇ ਨਿਰਭਰ ਹੋ ਜਾਂਦੀਆਂ ਨੇ ਕਿ ਉਹ ਉਹਨਾਂ ਨੂੰ ਪੈਸੇ ਦੇਣਗੇ ਤਾਂ ਉਹ ਆਪਣਾ ਖਰਚ ਚਲਾਉਣਗੇ ਜਾਂ ਕੋਈ ਉਦਮ ਸ਼ੁਰੂ ਕਰਨਗੇ। ਤੇ ਜਦੋਂ ਉਹ ਇਹ ਕਹਿੰਦੀਆਂ ਨੇ ਕਿ ਅਸੀਂ ਕੋਈ ਆਪਣਾ ਕੰਮ ਸ਼ੁਰੂ ਕਰਨਾ ਹੈ ਤਾਂ ਪਹਿਲਾਂ ਹੀ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੇਰੇ ਕੋਲ ਕੋਈ ਤਜਰਬਾ ਨਹੀਂ ਤੇ ਤੂੰ ਪੈਸੇ ਡੋਬ ਦੇਂਗੀ। ਤਾਂ ਇਹ ਵੀ ਔਰਤਾਂ ਲਈ ਇੱਕ ਬੜੀ ਮੁਸ਼ਕਿਲ ਚੀਜ਼ ਹੋ ਜਾਂਦੀ ਆ, ਪੈਸਾ ਇਕੱਠਾ ਕਰਨਾ ਆਪਣੇ ਕੰਮ ਨੂੰ ਸ਼ੁਰੂ ਕਰਨ ਦੇ ਲਈ। ਇਹ ਤੋਂ ਇਲਾਵਾ ਪਰਿਵਾਰ ਦਾ ਸਹਿਯੋਗ ਨਾ ਕਰਨਾ ਵੀ ਇੱਕ ਬਹੁਤ ਵੱਡਾ ਕਾਰਨ ਆ ਜਿਹਦੇ ਕਰਕੇ ਔਰਤਾਂ ਜਿਹੜੀਆਂ ਹੈਗੀਆਂ ਨੇ ਆਤਮ ਨਿਰਭਰ ਨਹੀਂ ਹੋ ਪਾ ਰਹੀਆਂ।
ਜਿਹੜੀਆਂ ਔਰਤਾਂ ਅੱਜ ਦੇ ਟਾਈਮ ਦੇ ਵਿੱਚ IAS IPS ਨੇ, ਜੇ ਤੁਸੀਂ ਉਹਨਾਂ ਨੂੰ ਪੁੱਛੋ ਤਾਂ ਉਹਨਾਂ ਤੋਂ ਵੀ ਤੁਹਾਨੂੰ ਇਹੀ ਪਤਾ ਲੱਗੂ ਕਿ ਅਸੀਂ ਵੱਡੇ ਅਹੁਦਿਆਂ ਤੇ ਪਹੁੰਚੇ ਕਿਉਂਕਿ ਸਾਡਾ ਪਰਿਵਾਰ ਸਾਡੇ ਨਾਲ ਸੀ, ਸਾਡੇ ਪਰਿਵਾਰ ਨੇ ਸਾਨੂੰ ਸਪੋਰਟ ਕੀਤੀ ਸੀ। ਤੇ ਜਿਹੜੀਆਂ ਔਰਤਾਂ ਕੁਝ ਸ਼ੁਰੂ ਨਹੀਂ ਕਰ ਸਕਦੀਆਂ, ਕੋਈ ਉਦਮ ਨਹੀਂ ਕਰੀਆਂ ਜਾਂ ਉਹ ਪੜ੍ਹੀਆਂ ਨਹੀਂ ਹੈ, ਉਹਨਾਂ ਨੂੰ ਜੇ ਤੁਸੀਂ ਪੁੱਛੋ ਤਾਂ ਉਹ ਵੀ ਇਹੀ ਕਹਿਣਗੇ ਕਿ ਸਾਡੇ ਮਾਪਿਆਂ ਨੇ ਸਾਨੂੰ ਨਹੀਂ ਪੜ੍ਹਾਇਆ। ਤੋ ਇੱਥੇ ਮੈਂ ਕਹਿਣਾ ਚਾਹੁੰਦੀ ਕਿ ਪਰਿਵਾਰ ਦਾ ਬਹੁਤ ਹੀ ਵੱਡਾ ਯੋਗਦਾਨ ਹੁੰਦਾ ਹੈ ਇੱਕ ਬੱਚੇ ਨੂੰ ਕਿਸੇ ਜਗ੍ਹਾ ਤੇ ਪਹੁੰਚਾਉਣ ਦੇ ਲਈ। ਤੋ ਜਦੋਂ ਜਿਨ੍ਹਾਂ ਔਰਤਾਂ ਦੇ ਪਰਿਵਾਰ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੀਆਂ, ਤੁਸੀਂ ਕਾਬਿਲ ਨਹੀਂ ਹੋ, ਤੁਹਾਤੋਂ ਹੋਣਾ ਨਹੀਂ, ਤੂੰ ਕੁੜੀ ਹੈ ਤੇ ਤੂੰ ਘਰ ਦੇ ਕੰਮ ਕਰ, ਤੂੰ ਇਹੀ ਕਰ ਸਕਦੀਆਂ, ਉਹ ਔਰਤਾਂ ਵੀ ਜਿਹੜਾ ਅੱਗੇ ਆਪਣਾ ਕੋਈ ਉਦਮ ਸ਼ੁਰੂ ਨਹੀਂ ਕਰ ਪਾਉਂਦੀਆਂ। ਤੇ ਹੋਰ ਔਕੜਾਂ ਦੇ ਵਿੱਚ ਮਾਰਕੀਟਿੰਗ, ਮੰਡੀਕਰਨ ਜਿਹਨੂੰ ਅਸੀਂ ਕਹਿ ਦਿੰਦੇ ਆ, ਇਹ ਵੀ ਇੱਕ ਵੱਡੀ ਅੜਚਨ ਬਣਦੀ ਆ ਔਰਤਾਂ ਦੇ ਲਈ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਬਾਹਰ ਦਾ ਐਕਸਪੋਜ਼ਰ ਬਹੁਤ ਘੱਟ ਹੈ, ਖਾਸ ਤੌਰ ਤੇ ਜਿਹੜੀਆਂ ਪੇਂਡੂ ਔਰਤਾਂ ਨੇ ਜੀ। ਜਿਸ ਕਰਕੇ ਜੇ ਉਹਨਾਂ ਵਿੱਚ ਕੋਈ ਹੁਨਰ ਹੈ, ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ, ਉਹਨਾਂ ਨੇ ਪ੍ਰੋਡਕਟ ਬਣਾਉਣੇ ਸ਼ੁਰੂ ਕਰਤੇ, ਕਰ ਲਿਆ ਸਾਰਾ ਕੁਝ, ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਨੂੰ ਵੇਚੀਏ ਕਿੱਥੇ। ਤੇ ਜੇ ਤੁਸੀਂ ਕੋਈ ਪ੍ਰੋਡਕਟ ਬਣਾਇਆ ਤੇ ਉਹਨੂੰ ਵੇਚਿਆ ਨਹੀਂ, ਤੁਹਾਨੂੰ ਉਹਦੀ ਆਮਦਨ ਨਹੀਂ ਹੋਈ ਤਾਂ ਤੁਹਾਡਾ ਕੰਮ ਨਹੀਂ ਚੱਲੂਗਾ। ਤੋ ਇਹ ਵੀ ਇੱਕ ਬੜਾ ਵੱਡਾ ਜਿਹੜਾ ਹੈ ਪ੍ਰੋਬਲਮ ਰਹਿੰਦੀ ਆ ਜਿਹੜੀਆਂ ਕਿ ਸਾਡੀਆਂ ਵੂਮੈਨਸ ਹੈਗੀਆਂ ਨੇ ਉਹ ਫੇਸ ਕਰਦੀਆਂ ਨੇ। ਕਿਸਾਨ ਵੀਰੋ ਤੇ ਭੈਣੋ, ਖੇਤੀ ਤੇ ਚੁੱਲ੍ਹੇ ਚੌਂਕੇ ਤੋਂ ਇਲਾਵਾ ਕੋਈ ਹੋਰ ਵੀ ਦੁਨੀਆ ਹੈ। ਆਓ ਆਪਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਜੁੜੀਏ, ਨਵੇਂ ਖੇਤੀ ਉਦਮ ਅਪਣਾਈਏ, ਟ੍ਰੇਨਿੰਗ ਲਈਏ ਤੇ ਅਸੀਂ ਆਮਦਨ ਦੇ ਵਿੱਚ ਆਪਣੀ 'ਚ ਇਜ਼ਾਫਾ ਕਰੀਏ, ਜਿਸ ਤਰ੍ਹਾਂ ਸਾਨੂੰ ਮੈਡਮ ਮਨਜੋਤ ਕੌਰ ਹੋਣਾ ਨੇ ਜਾਣਕਾਰੀ ਦਿੱਤੀ ਹੈ। ਸੋ ਮੈਡਮ ਜੀ ਬਹੁਤ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਤੇ ਭੈਣਾਂ ਨੂੰ ਦਿੱਤੀ ਹੈ। ਤੁਹਾਡਾ ਨਹੀਂ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।